ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੱਕ ਹੋਰ ਵੀਡੀਓ ਵਿੱਚ। ਅੱਜ ਅਸੀਂ ਗੱਲ ਕਰਾਂਗੇ ਫਿਊਚਰ ਟੈਂਸ ਦੇ ਬਾਰੇ। ਫਿਊਚਰ ਟੈਂਸ ਨੂੰ ਕਿਵੇਂ ਇੰਗਲਿਸ਼ ਵਿੱਚ ਯੂਜ਼ ਕਰਦੇ ਹਾਂ, ਫਿਊਚਰ ਟੈਂਸ ਕਦੋਂ ਯੂਜ਼ ਕੀਤਾ ਜਾਂਦਾ ਹੈ ਤੇ ਇਹਦੇ ਵਾਸਤੇ ਕੀ ਸਟਰਕਚਰ ਯੂਜ਼ ਹੋਏਗਾ, ਕਿਵੇਂ ਸੈਂਟੈਂਸ ਬਣੇਗਾ। ਸੋ ਇਹਨਾਂ ਗੱਲਾਂ ਬਾਰੇ ਗੱਲ ਕਰਾਂਗੇ। ਸੋ ਜੇ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਜੀ, ਸੋ ਪਲੀਜ਼ ਅਸੀਂ ਤੁਹਾਡੇ ਕੋਲ ਸਿਰਫ ਇੱਕ ਲਾਈਕ ਤੇ ਸ਼ੇਅਰ ਦੀ ਹੀ ਰਿਕੁਐਸਟ ਕਰਦੇ ਹਾਂ। ਸੋ ਜੇ ਵੀਡੀਓ ਅੱਛੀ ਲੱਗੇ ਇਹਨੂੰ ਲਾਈਕ ਜ਼ਰੂਰ ਕਰਿਓ। ਸੋ ਸ਼ੁਰੂ ਕਰਦੇ ਹਾਂ। ਫਿਊਚਰ ਟੈਂਸ, ਜਦੋਂ ਅਸੀਂ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਤੇ ਅਸੀਂ ਉਹਦਾ ਫਿਊਚਰ ਟੈਂਸ ਦਾ ਇਸਤੇਮਾਲ ਕਰਦੇ ਹਾਂ। ਸੋ ਨੋਰਮਲੀ ਫਿਊਚਰ ਟੈਂਸ ਦੇ ਲਈ ਸਾਨੂੰ ਵਿਲ ਦਾ ਇਸਤੇਮਾਲ ਕਰਨਾ ਪੈਂਦਾ ਹੈ। ਸੋ ਜੇ ਮੈਂ ਪੰਜਾਬੀ ਵਿੱਚ ਗੱਲ ਕਰਾਂ ਤੇ ਜੇ ਕੋਈ ਵੀ ਕੰਮ ਹੈ, ਜਿਵੇਂ ਕਿ ਮੈਂ ਇਸ ਕੰਮ ਨੂੰ ਕਰਾਂਗਾ, ਸੋ ਲੈਟਸ ਸੇ ਮੈਂ ਤੁਹਾਨੂੰ ਮਿਲਾਂਗਾ, ਮੈਂ ਕੱਲ ਆਫਿਸ ਜਾਵਾਂਗਾ, ਮੈਂ ਕੱਲ ਤੁਹਾਡੇ ਨਾਲ ਗੱਲ ਕਰਾਂਗਾ, ਉਹ ਸਕੂਲ ਆਏਗੀ। ਸੋ ਐਸੇ ਕਈ ਸਾਰੇ ਕੰਮ ਹੁੰਦੇ ਨੇ ਜੋ ਪ੍ਰੈਜ਼ੈਂਟ ਤੋਂ ਬਾਅਦ ਹੁਣ ਜੋ ਫਿਊਚਰ ਟਾਈਮ ਆਏਗਾ ਉਹਦੇ ਵਿੱਚ ਅਸੀਂ ਕਰਾਂਗੇ। ਸੋ ਐਸੇ ਸਾਰੇ ਕੰਮਾਂ ਨੂੰ ਕਰਨ ਦੇ ਲਈ ਅਸੀਂ ਫਿਊਚਰ ਟੈਂਸ ਦਾ ਇਸਤੇਮਾਲ ਕਰਦੇ ਹਾਂ। ਸੋ ਹੁਣ ਫਿਊਚਰ ਟੈਂਸ ਨੂੰ ਇੰਗਲਿਸ਼ ਵਿੱਚ ਕਿਵੇਂ ਯੂਜ਼ ਕਰ ਸਕਦੇ ਹਾਂ, ਜੇ ਕੋਈ ਕੰਮ ਅਸੀਂ ਕਰਨਾ ਚਾਹੁੰਦੇ ਹਾਂ ਇਸ ਨੂੰ ਇੰਗਲਿਸ਼ ਵਿੱਚ ਕਿਵੇਂ ਬੋਲਾਂਗੇ। ਸੋ ਇਹਦੇ ਲਈ ਸਾਨੂੰ ਇੱਕ ਹੈਲਪਿੰਗ ਵਰਬ ਦੀ ਲੋੜ ਪੈਂਦੀ ਹੈ, ਵਿਲ ਦਾ ਇਸਤੇਮਾਲ ਕਰਕੇ ਅਸੀਂ ਫਿਊਚਰ ਟੈਂਸ ਬਣਾ ਸਕਦੇ ਹਾਂ। ਫਿਊਚਰ ਵਿੱਚ ਫਿਊਚਰ ਦੀ ਕੋਈ ਗੱਲ ਦੱਸ ਸਕਦੇ ਹਾਂ ਇੰਗਲਿਸ਼ ਦੇ ਵਿੱਚ। ਸੋ ਕਿਸੇ ਵੀ ਸਬਜੈਕਟ ਦੇ ਨਾਲ ਕੋਈ ਵੀ ਪਰਸਨ ਹੈ, ਚਾਹੇ ਮੈਂ ਵਾਂ, ਚਾਹੇ ਯੂ ਹੈ, ਚਾਹੇ ਹੀ, ਸ਼ੀ, ਇਟ, ਕੋਈ ਵੀ ਪਰਸਨ ਦਾ ਮੈਂ ਨਾਮ ਲੈ ਲਵਾਂ, ਜੇ ਅਸੀਂ ਦੱਸਣਾ ਹੈ ਕਿ ਉਹ ਇਸ ਕੰਮ ਨੂੰ ਕਰੇਗਾ, ਯਾਨੀ ਕਿ ਆਉਣ ਵਾਲੇ ਟਾਈਮ ਵਿੱਚ ਕਰੇਗਾ, ਅਸੀਂ ਸਿਰਫ ਉਸ ਪਰਸਨ ਦੇ ਨਾਮ ਦੇ ਨਾਲ ਜਾਂ ਫਿਰ ਹੀ, ਸ਼ੀ, ਇਟ ਜਾਂ ਫਿਰ ਆਏ ਦੇ ਨਾਲ ਵੀ ਅਸੀਂ ਵਿਲ ਦਾ ਇਸਤੇਮਾਲ ਕਰਾਂਗੇ ਔਰ ਉਸ ਕੰਮ ਨੂੰ ਦੱਸਣਾ ਹੈ ਜੋ ਵੀ ਕੰਮ ਮੈਂ ਕਰਾਂਗਾ ਜਾਂ ਫਿਰ ਉਹ ਪਰਸਨ ਕੋਈ ਇਸ ਕੰਮ ਨੂੰ ਕਰੇਗਾ। ਸੋ ਬਹੁਤ ਹੀ ਈਜ਼ੀ ਤਰੀਕੇ ਨਾਲ ਤੁਹਾਨੂੰ ਸਮਝਾ ਰਿਹਾ। ਦੇਖਦੇ ਹਾਂ ਕਿਵੇਂ ਸੈਂਟੈਂਸ ਨੂੰ ਬਣਾਉਣਾ ਹੈ। ਸੋ ਇਹਦਾ ਸਟਰਕਚਰ ਕੀ ਹੋਏਗਾ। ਸਭ ਤੋਂ ਪਹਿਲਾਂ ਸਬਜੈਕਟ ਨੂੰ ਬੋਲਿਆ ਜਾਂਦਾ ਹੈ। ਸਬਜੈਕਟ ਚਾਹੇ ਕੋਈ ਵੀ ਹੋ ਸਕਦਾ ਹੈ, ਆਈ, ਯੂ, ਵੀ, ਦੇ, ਹੀ, ਸ਼ੀ, ਇਟ, ਕੋਈ ਵੀ ਕਿਸੇ ਵੀ ਪਰਸਨ ਦਾ ਨਾਮ ਹੋ ਸਕਦਾ ਹੈ ਸਬਜੈਕਟ। ਸੋ ਸਬਜੈਕਟ ਦੇ ਨਾਲ ਅਸੀਂ ਵਿਲ ਦਾ ਇਸਤੇਮਾਲ ਕਰਾਂਗੇ। ਸੋ ਸਬਜੈਕਟ ਪਲਸ ਵਿਲ, ਔਰ ਵਿਲ ਤੋਂ ਬਾਅਦ ਅਸੀਂ ਵਰਬ ਦੀ ਫਸਟ ਫਾਰਮ ਦਾ ਯੂਜ਼ ਕਰਾਂਗੇ। ਵਰਬ ਦੀ ਫਸਟ ਫਾਰਮ ਉਹ ਕੰਮ ਹੈ ਜੋ ਤੁਸੀਂ ਦੱਸਣਾ ਚਾਹ ਰਹੇ ਹੋ ਕਿ ਮੈਂ ਇਸ ਕੰਮ ਨੂੰ ਕਰਾਂਗਾ ਜਾਂ ਫਿਰ ਉਹ ਇਸ ਕੰਮ ਨੂੰ ਕਰੇਗਾ। ਸੋ ਸਬਜੈਕਟ ਪਲਸ ਵਿਲ ਪਲਸ ਵਰਬ ਦੀ ਫਸਟ ਫਾਰਮ। ਸੋ ਇਸ ਤਰੀਕੇ ਨਾਲ ਅਸੀਂ ਫਿਊਚਰ ਦੇ ਟੈਂਸ ਨੂੰ ਬਣਾ ਸਕਦੇ ਹਾਂ। ਹੁਣ ਪ੍ਰੈਕਟੀਕਲ ਇਸ ਨੂੰ ਕਰਕੇ ਦੇਖਦੇ ਹਾਂ, ਪ੍ਰੈਕਟੀਕਲੀ ਬੋਲ ਕੇ ਦੇਖਦੇ ਹਾਂ, ਸੋ ਤਾਂ ਸਾਨੂੰ ਜ਼ਿਆਦਾ ਬੈਟਰ ਵਧੀਆ ਤਰੀਕੇ ਨਾਲ ਸਮਝ ਆਏਗੀ। ਲੈਟਸ ਸੇ ਮੈਂ ਕਹਿਣਾ ਚਾਹੁੰਦਾ ਵਾਂ ਕਿ ਮੈਂ ਤੁਹਾਨੂੰ ਕੱਲ ਮਿਲਾਂਗਾ। ਬਹੁਤ ਹੀ ਸਿੰਪਲ ਸੈਂਟੈਂਸ ਹੈ ਪੰਜਾਬੀ ਵਿੱਚ, ਮੈਂ ਤੁਹਾਨੂੰ ਕੱਲ ਮਿਲਾਂਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਸੋ ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਤੁਹਾਨੂੰ ਮਿਲਾਂਗਾ। ਸੋ ਇਸ ਨੂੰ ਹੁਣ ਇੰਗਲਿਸ਼ ਵਿੱਚ ਕਿਵੇਂ ਕਵਾਂਗੇ। ਸੋ ਮੈਂ ਯਾਨੀ ਕਿ ਆਏ, ਸੋ ਮੈਂ ਦੀ ਇੰਗਲਿਸ਼ ਹੁੰਦੀ ਹੈ ਆਏ। ਤੁਹਾਨੂੰ ਮਿਲਾਂਗਾ ਫਿਊਚਰ ਵਿੱਚ, ਹਜੇ ਮੈਂ ਤੁਹਾਨੂੰ ਮਿਲ ਨਹੀਂ ਰਿਹਾ, ਮੈਂ ਤੁਹਾਨੂੰ ਮਿਲਾਂਗਾ ਮੇ ਬੀ ਸ਼ਾਮ ਨੂੰ, ਮੇ ਬੀ ਕੱਲ, ਮੇ ਬੀ ਪਰਸੋਂ, ਮੇ ਬੀ ਨੈਕਸਟ ਵੀਕ। ਸੋ ਜਦੋਂ ਅਸੀਂ ਕੋਈ ਫਿਊਚਰ ਵਿੱਚ ਕੰਮ ਕਰਾਂਗੇ, ਹਜੇ ਕੰਮ ਹੋਇਆ ਨਹੀਂ ਹੈ, ਹਜੇ ਕਰਨਾ ਹੈ। ਸੋ ਜਦੋਂ ਕੋਈ ਫਿਊਚਰ ਵਿੱਚ ਕੰਮ ਹੋਵੇਗਾ ਉਹਦੇ ਲਈ ਅਸੀਂ ਵਿਲ ਦਾ ਇਸਤੇਮਾਲ ਕਰਦੇ ਹਾਂ। ਸੋ ਮੈਂ ਤੁਹਾਨੂੰ ਮਿਲਾਂਗਾ, ਕੰਮ ਕੀ ਹੈ, ਮਿਲਣਾ ਦੀ ਇੰਗਲਿਸ਼ ਹੁੰਦੀ ਹੈ ਮੀਟ, ਕਿਸੇ ਨੂੰ ਮਿਲਣਾ। ਸੋ ਸਟਰਕਚਰ ਕੀ ਬਣ ਜਾਏਗਾ, ਸੈਂਟੈਂਸ ਕੀ ਬਣੇਗਾ। ਸੋ ਮੈਂ ਤੁਹਾਨੂੰ ਮਿਲਾਂਗਾ, ਆਈ ਵਿਲ ਮੀਟ ਯੂ। ਮੈਂ ਤੁਹਾਨੂੰ ਮਿਲਾਂਗਾ, ਆਈ ਵਿਲ ਮੀਟ ਯੂ। ਸੋ ਇੱਕ ਹੋਰ ਐਗਜ਼ਾਮਪਲ ਦੇਖ ਲੈਂਦੇ ਹਾਂ। ਸੋ ਐਗਜ਼ਾਮਪਲ ਹੈ, ਮੈਂ ਤੁਹਾਨੂੰ ਕਿਸੇ ਦੇ ਬਾਰੇ ਦੱਸ ਰਿਹਾ ਵਾਂ ਕਿ ਉਹ ਨੈਕਸਟ ਮੰਥ ਕੈਨੇਡਾ ਜਾਏਗੀ। ਨੈਕਸਟ ਮੰਥ ਉਹ ਕੈਨੇਡਾ ਜਾਏਗੀ। ਸੋ ਉਹ ਕੋਈ ਲੜਕੀ ਹੈ, ਕੋਈ ਫੀਮੇਲ ਹੈ ਜਿਹਦੇ ਬਾਰੇ ਮੈਂ ਦੱਸ ਰਿਹਾ ਵਾਂ। ਸੋ ਕਿਸੇ ਲੜਕੀ ਜਾਂ ਫੀਮੇਲ ਦੇ ਬਾਰੇ ਅਸੀਂ ਸ਼ੀ ਕਹਿ ਕੇ ਵੀ ਰਿਪਰੈਜ਼ੈਂਟ ਕਰ ਸਕਦੇ ਹਾਂ। ਸੋ ਸ਼ੀ ਦੇ ਨਾਲ ਵਿਲ ਦਾ ਇਸਤੇਮਾਲ ਕਰ ਰਿਹਾ ਵਾਂ, ਸ਼ੀ ਵਿਲ। ਹੁਣ ਕੈਨੇਡਾ ਜਾਣਾ ਇੱਕ ਕੰਮ ਹੈ। ਸੋ ਜਾਣਾ ਦੀ ਇੰਗਲਿਸ਼ ਹੁੰਦੀ ਹੈ ਗੋ। ਸੋ ਸੈਂਟੈਂਸ ਕੀ ਬਣ ਜਾਏਗਾ, ਸ਼ੀ ਵਿਲ ਗੋ ਟੂ ਕੈਨੇਡਾ। ਉਹ ਕੈਨੇਡਾ ਜਾਏਗੀ, ਸ਼ੀ ਵਿਲ ਗੋ ਟੂ ਕੈਨੇਡਾ। ਉਹ ਨੈਕਸਟ ਮੰਥ ਕੈਨੇਡਾ ਜਾਏਗੀ, ਸੋ ਸ਼ੀ ਵਿਲ ਗੋ ਟੂ ਕੈਨੇਡਾ ਨੈਕਸਟ ਮੰਥ। ਸੋ ਜੋ ਵੀ ਟਾਈਮ ਹੈ ਫਿਊਚਰ ਵਿੱਚ, ਚਾਹੇ ਸਵੇਰ ਹੈ, ਚਾਹੇ ਦੁਪਹਿਰ ਹੈ, ਕੋਈ ਵੀ ਟਾਈਮ ਅਸੀਂ ਦੱਸ ਰਹੇ ਹਾਂ 9 ਵਜੇ, 10 ਵਜੇ, ਨੈਕਸਟ ਵੀਕ, ਮੰਡੇ, ਟਿਊਜ਼ਡੇ, ਵੈਡਨਸਡੇ, ਨੈਕਸਟ ਮੰਥ, ਅਸੀਂ ਉਸ ਟਾਈਮ ਡਿਊਰੇਸ਼ਨ ਨੂੰ ਸਭ ਤੋਂ ਲਾਸਟ ਵਿੱਚ ਬੋਲ ਦਿੰਦੇ ਹਾਂ। ਸੋ ਨੈਕਸਟ ਮੰਥ ਉਹ ਕੈਨੇਡਾ ਜਾਏਗੀ ਦੀ ਇੰਗਲਿਸ਼ ਬਣੇਗੀ ਸ਼ੀ ਵਿਲ ਗੋ ਟੂ ਕੈਨੇਡਾ ਨੈਕਸਟ ਮੰਥ। ਇੱਕ ਹੋਰ ਐਗਜ਼ਾਮਪਲ ਦੇਖ ਲੈਂਦੇ ਹਾਂ। ਮੈਂ ਤੁਹਾਨੂੰ ਕਹਿ ਰਿਹਾ ਹਾਂ ਕਿ ਉਹ ਸਾਰੇ ਕੱਲ ਸਵੇਰੇ ਮੀਟਿੰਗ ਅਟੈਂਡ ਕਰਨਗੇ। ਉਹ ਸਾਰੇ ਯਾਨੀ ਕਿ ਉਹ ਸਾਰੇ ਇੱਕ ਤੋਂ ਜ਼ਿਆਦਾ ਪਰਸਨ ਨੇ, ਮੇ ਬੀ 2, 3, 5, 10 ਕੁਝ ਵੀ ਹੋ ਸਕਦੇ ਨੰਬਰ। ਸੋ ਉਹ ਸਾਰੇ ਨੂੰ ਅਸੀਂ ਇੰਗਲਿਸ਼ ਵਿੱਚ ਦੇ ਕਹਿ ਦਿੰਦੇ ਹਾਂ। ਸੋ ਦੇ, ਸੋ ਉਹ ਕੱਲ ਮੀਟਿੰਗ ਅਟੈਂਡ ਕਰਨਗੇ। ਦੈਟ ਮੀਨਸ ਕਿ ਦੇ ਨਾਲ ਹੁਣ ਮੈਂ ਵਿਲ ਦਾ ਇਸਤੇਮਾਲ ਹੀ ਕਰਾਂਗਾ। ਸੋ ਦੇ ਵਿਲ, ਹੁਣ ਕੰਮ ਕੀ ਹੈ, ਅਟੈਂਡ ਕਰਨਾ। ਕੋਈ ਵੀ ਚੀਜ਼ ਹੋਏ, ਕੋਈ ਸੈਮੀਨਾਰ ਹੋਏ, ਕੋਈ ਕਲਾਸ ਹੋਏ, ਕੋਈ ਮੀਟਿੰਗ ਹੋਏ, ਸੋ ਉਹਨੂੰ ਅਸੀਂ ਅਟੈਂਡ ਕਰਦੇ ਹਾਂ। ਸੋ ਦੇ ਵਿਲ ਅਟੈਂਡ ਮੀਟਿੰਗ ਟੁਮਾਰੋ। ਉਹ ਕੱਲ ਮੀਟਿੰਗ ਅਟੈਂਡ ਕਰਨਗੇ, ਦੇ ਵਿਲ ਅਟੈਂਡ ਮੀਟਿੰਗ ਟੁਮਾਰੋ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਮੈਂ ਤੁਹਾਨੂੰ ਕੱਲ ਕਾਲ ਕਰਾਂਗਾ, ਮੈਂ ਤੁਹਾਨੂੰ ਕੱਲ ਕਾਲ ਕਰਾਂਗਾ। ਸੋ ਆਈ ਵਿਲ ਕਾਲ ਯੂ ਟੁਮਾਰੋ, ਆਈ ਵਿਲ ਕਾਲ ਯੂ ਟੁਮਾਰੋ।
ਸੰਡੇ ਨੂੰ ਮੈਂ ਇੱਕ ਨਵਾਂ ਮੋਬਾਈਲ ਖਰੀਦਾਂਗਾ। ਸੰਡੇ ਨੂੰ ਮੈਂ ਇੱਕ ਨਵਾਂ ਮੋਬਾਈਲ ਖਰੀਦਾਂਗਾ। ਸੋ ਹਜੇ ਇਹ ਕੰਮ ਮੈਂ ਕਰਨਾ ਹੈ, ਜੋ ਵੀ ਸੰਡੇ ਆਏਗਾ ਉਦੋਂ ਮੈਂ ਇੱਕ ਨਵਾਂ ਮੋਬਾਈਲ ਖਰੀਦਾਂਗਾ। ਸੋ सेंटेंस की बनेगा आई विल बाय। खरीदने की इंग्लिश होती है बाय या फिर परचेज। सो आई विल बाय अ न्यू मोबाइल ऑन संडे। सो आई विल बाय अ न्यू मोबाइल ऑन संडे। संडे ਨੂੰ ਇੱਕ ਨਵਾਂ ਮੋਬਾਈਲ ਖਰੀਦਾਂਗਾ। ਸੋ ਜਦੋਂ ਵੀ ਅਸੀਂ ਕੋਈ ਡੇਜ਼ ਵਗੈਰਾ ਦੱਸਦੇ ਹਾਂ, ਸੰਡੇ, ਮੰਡੇ, ਟਿਊਜ਼ਡੇ, ਜਦੋਂ ਇਸ ਦਿਨ ਨੂੰ ਕੋਈ ਕੰਮ ਕਰਦੇ ਹਾਂ ਜਾਂ ਫਿਰ ਕਰਾਂਗੇ ਜਾਂ ਫਿਰ ਕੀਤਾ ਸੀ, ਅਸੀਂ ਸੰਡੇ, ਮੰਡੇ, ਟਿਊਜ਼ਡੇ ਕੋਈ ਵੀ ਦਿਨ ਹੁੰਦਾ ਉਹਦੇ ਨਾਲ ਅਸੀਂ ਪ੍ਰੈਪੋਜੀਸ਼ਨ ਔਨ ਦਾ ਇਸਤੇਮਾਲ ਕਰਦੇ ਹਾਂ ਕਿ ਇਸ ਦਿਨ ਨੂੰ। सो ऑन मंडे, ऑन ट्यूसडे, ऑन वेडनेसडे। सो सेंटेंस की बन जाएगा आई विल बाय अ न्यू मोबाइल ऑन संडे। संडे ਨੂੰ ਇੱਕ ਨਵਾਂ ਮੋਬਾਈਲ ਖਰੀਦਾਂਗਾ। ਅੱਜ ਮੇਰੀ ਸਿਸਟਰ ਖਾਣਾ ਪਕਾਏਗੀ। ਅੱਜ ਮੇਰੀ ਸਿਸਟਰ ਖਾਣਾ ਪਕਾਏਗੀ। ਸੋ ਮਾਈ ਸਿਸਟਰ ਵਿਲ ਕੁਕ ਡਿਨਰ। ਮਾਈ ਸਿਸਟਰ ਵਿਲ ਕੁਕ ਡਿਨਰ। ਰਾਤ ਦੇ ਖਾਣੇ ਨੂੰ ਅਸੀਂ ਡਿਨਰ ਕਹਿ ਦਿੰਦੇ ਹਾਂ। ਸੋ ਮੈਂ ਜਸਟ ਇੱਕ ਐਗਜ਼ਾਮਪਲ ਲਿੱਤਾ ਹੈ। ਸੋ ਮਾਈ ਸਿਸਟਰ ਵਿਲ ਕੁਕ ਡਿਨਰ। ਮੈਂ ਸ਼ਾਮ ਨੂੰ ਥੀਏਟਰ ਵਿੱਚ ਮੂਵੀ ਦੇਖਾਂਗਾ। ਮੈਂ ਸ਼ਾਮ ਨੂੰ ਥੀਏਟਰ ਵਿੱਚ ਮੂਵੀ ਦੇਖਾਂਗਾ। ਆਈ ਵਿਲ ਵਾਚ ਮੂਵੀ in the theater in evening. I will watch movie in theater in evening. ਸੋ ਇਸ ਤਰੀਕੇ ਦੇ ਨਾਲ ਅਸੀਂ ਸੈਂਟੈਂਸ ਨੂੰ ਬਣਾ ਸਕਦੇ ਹਾਂ ਫਿਊਚਰ ਵਿੱਚ ਕੋਈ ਵੀ ਕੰਮ ਕਰਨਾ ਹੋਏ। ਸੋ ਜੇ ਅਸੀਂ ਕਿਸੇ ਕੰਮ ਨੂੰ ਨਹੀਂ ਕਰਨਾ ਹੈ ਫਿਊਚਰ ਵਿੱਚ, ਅਸੀਂ ਮਨਾ ਵੀ ਕਰ ਸਕਦੇ ਹਾਂ ਕਿ ਮੈਂ ਇਹ ਕੰਮ ਨਹੀਂ ਕਰਾਂਗਾ। ਲੈਟਸ ਸੇ ਮੈਂ ਤੁਹਾਨੂੰ ਨਹੀਂ ਮਿਲਾਂਗਾ, ਮੈਂ ਤੁਹਾਨੂੰ ਫੋਨ ਨਹੀਂ ਕਰਾਂਗਾ, ਮੈਂ ਮੂਵੀ ਨਹੀਂ ਦੇਖਾਂਗਾ। ਸੋ ਐਸੇ ਸੈਂਟੈਂਸਿਸ ਨੂੰ ਬੋਲਣ ਦੇ ਲਈ ਅਸੀਂ ਵਿਲ ਦੇ ਨਾਲ ਨੋਟ ਦਾ ਇਸਤੇਮਾਲ ਕਰ ਲੈਂਦੇ ਹਾਂ। ਸੋ ਸਟਰਕਚਰ ਬਣ ਜਾਏਗਾ ਵਿਲ ਨੋਟ। ਲੈਟਸ ਸੇ ਐਗਜ਼ਾਮਪਲ ਦੇਖਦੇ ਹਾਂ, ਮੈਂ ਤੁਹਾਨੂੰ ਕੱਲ ਨਹੀਂ ਮਿਲਾਂਗਾ। ਮੈਨੂੰ ਕੋਈ ਕੰਮ ਹੈ, ਸੋ ਮੈਂ ਤੁਹਾਨੂੰ ਕੱਲ ਨਹੀਂ ਮਿਲਾਂਗਾ। ਸੋ ਆਈ ਵਿਲ ਨੋਟ ਮੀਟ ਯੂ ਟੁਮਾਰੋ। ਮੈਂ ਕੱਲ ਮਾਰਕੀਟ ਨਹੀਂ ਜਾਵਾਂਗਾ। ਆਈ ਵਿਲ ਨੋਟ ਗੋ ਟੂ ਮਾਰਕੀਟ ਟੁਮਾਰੋ। ਮੇਰੇ ਮਦਰ ਖਾਣਾ ਨਹੀਂ ਪਕਾਣਗੇ। ਮਾਈ ਮਦਰ ਵਿਲ ਨੋਟ ਕੁਕ ਫੂਡ। ਮਾਈ ਮਦਰ ਵਿਲ ਨੋਟ ਕੁਕ ਫੂਡ। ਉਹ ਕੱਲ ਆਫਿਸ ਨਹੀਂ ਜਾਏਗੀ। ਸ਼ੀ ਵਿਲ ਨੋਟ ਗੋ ਟੂ ਆਫਿਸ ਟੁਮਾਰੋ। ਸ਼ੀ ਵਿਲ ਨੋਟ ਗੋ ਟੂ ਆਫਿਸ ਟੁਮਾਰੋ। ਸੋ ਇਸ ਤਰੀਕੇ ਨਾਲ ਅਸੀਂ ਕੋਈ ਵੀ ਸੈਂਟੈਂਸ ਹੋ, ਕੋਈ ਵੀ ਕੰਮ ਹੋਏ, ਉਸ ਨੂੰ ਮਨਾ ਵੀ ਕਰ ਸਕਦੇ ਹਾਂ ਕਿ ਮੈਂ ਇਹ ਕੰਮ ਨਹੀਂ ਕਰਾਂਗਾ, ਉਹ ਇਸ ਕੰਮ ਨੂੰ ਨਹੀਂ ਕਰੇਗਾ। ਸੋ ਹੁਣ ਅਸੀਂ ਗੱਲ ਕਰਦੇ ਹਾਂ ਜਦੋਂ ਅਸੀਂ ਕਿਸੇ ਨੂੰ ਪੁੱਛਣਾ ਹੈ ਕਿ ਕੀ ਤੁਸੀਂ ਇਸ ਕੰਮ ਨੂੰ ਕਰੋਗੇ, ਫਿਊਚਰ ਵਿੱਚ ਤੁਸੀਂ ਇਹ ਕੰਮ ਕਰੋਗੇ ਜਾਂ ਉਹ ਇਸ ਕੰਮ ਨੂੰ ਕਰੇਗਾ। ਸੋ ਉਸ ਦੇ ਲਈ ਸਟਰਕਚਰ ਕੀ ਯੂਜ਼ ਹੋਏਗਾ? ਕਿਸੇ ਵੀ ਸੈਂਟੈਂਸ ਦੇ ਨਾਲ ਕਿਸੇ ਵੀ ਪਰਸਨ ਨੂੰ ਜੇ ਤੁਸੀਂ ਕੁਝ ਪੁੱਛ ਰਹੇ ਹੋ ਕਿ ਕੀ ਤੁਸੀਂ ਇਸ ਕੰਮ ਨੂੰ ਕਰੋਗੇ, ਸੋ ਤੁਸੀਂ ਆਪਣੇ ਸੈਂਟੈਂਸ ਦੀ ਸ਼ੁਰੂਆਤ ਵਿਲ ਦੇ ਨਾਲ ਕਰਨੀ ਹੈ। ਸੋ ਸਭ ਤੋਂ ਪਹਿਲਾਂ ਤੁਹਾਨੂੰ ਵਿਲ ਬੋਲਣਾ ਪਏਗਾ। ਵਿਲ ਤੋਂ ਬਾਅਦ ਉਸ ਪਰਸਨ ਦੇ ਬਾਰੇ ਬੋਲਣਾ ਪਏਗਾ ਜਿਸ ਪਰਸਨ ਨੂੰ ਵੀ ਤੁਸੀਂ ਸਵਾਲ ਪੁੱਛ ਰਹੇ ਹੋ ਜਾਂ ਫਿਰ ਜਿਸ ਪਰਸਨ ਦੇ ਬਾਰੇ ਤੁਸੀਂ ਸਵਾਲ ਪੁੱਛ ਰਹੇ ਹੋ। ਸੋ ਉਸ ਤੋਂ ਬਾਅਦ ਤੁਸੀਂ ਉਸ ਕੰਮ ਨੂੰ ਪੁੱਛ ਸਕਦੇ ਹੋ। ਸੋ ਇਸ ਤਰੀਕੇ ਨਾਲ ਇੰਗਲਿਸ਼ ਵਿੱਚ ਸਵਾਲ ਬਣ ਜਾਏਗਾ। ਸੋ ਇਹਦਾ ਵੀ ਐਗਜ਼ਾਮਪਲ ਦੇਖਦੇ ਹਾਂ। ਐਗਜ਼ਾਮਪਲ ਹੈ ਕਿ ਕੀ ਤੁਸੀਂ ਮੈਨੂੰ ਕੱਲ ਮਿਲੋਗੇ? ਕੀ ਤੁਸੀਂ ਮੈਨੂੰ ਕੱਲ ਮਿਲੋਗੇ? ਸੋ ਇਸ ਸੈਂਟੈਂਸ ਵਿੱਚ ਹੁਣ ਆਪਾਂ ਵਿਲ ਨੂੰ ਸਭ ਤੋਂ ਪਹਿਲਾਂ ਬੋਲਾਂਗੇ ਔਰ ਉਸ ਤੋਂ ਬਾਅਦ ਬੋਲਾਂਗੇ ਯੂ। ਸੋ ਐਗਜ਼ਾਮਪਲ ਕੀ ਬਣ ਜਾਏਗਾ? ਕੀ ਤੁਸੀਂ ਮੈਨੂੰ ਕੱਲ ਮਿਲੋਗੇ? ਵਿਲ ਯੂ ਮੀਟ ਮੀ ਟੁਮਾਰੋ? ਮਿਲਣਾ ਯਾਨੀ ਕਿ ਮੀਟ। ਸੋ ਕੀ ਤੁਸੀਂ ਮੈਨੂੰ ਕੱਲ ਮਿਲੋਗੇ? ਵਿਲ ਯੂ ਮੀਟ ਮੀ ਟੁਮਾਰੋ? ਸੋ ਇਸ ਤਰੀਕੇ ਨਾਲ ਇਹ ਸਵਾਲ ਬਣ ਜਾਏਗਾ। ਹੁਣ ਅਸੀਂ ਕਿਸੇ ਨੂੰ ਕੁਝ ਪੁੱਛ ਰਹੇ ਹਾਂ ਕਿ ਕੀ ਤੁਸੀਂ ਮੈਨੂੰ ਕੱਲ ਮਿਲੋਗੇ। ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਲੈਟਸ ਸੇ ਮੈਂ ਕਿਧਰੇ ਜਾਣਾ ਹੈ ਕੱਲ ਜਾਂ ਪਰਸੋਂ ਜਾਂ ਨੈਕਸਟ ਵੀਕ ਕਿਧਰੇ ਜਾਣਾ ਹੈ ਔਰ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕੀ ਤੁਸੀਂ ਮੇਰੇ ਨਾਲ ਚੱਲੋਗੇ? ਲੈਟਸ ਸੇ ਮੈਂ ਚੰਡੀਗੜ੍ਹ ਜਾਵਾਂਗਾ ਨੈਕਸਟ ਵੀਕ, ਕੀ ਤੁਸੀਂ ਮੇਰੇ ਨਾਲ ਚੱਲੋਗੇ? ਹੁਣ ਮੈਂ ਤੁਹਾਨੂੰ ਪੁੱਛ ਰਿਹਾ ਹਾਂ ਕੀ ਤੁਸੀਂ ਮੇਰੇ ਨਾਲ ਚੱਲੋਗੇ? ਸੋ ਵਿਲ ਯੂ ਗੋ ਵਿਦ ਮੀ? ਵਿਲ ਯੂ ਗੋ ਵਿਦ ਮੀ? ਕੀ ਤੁਸੀਂ ਮੇਰੇ ਨਾਲ ਚੱਲੋਗੇ? ਇੱਕ ਹੋਰ ਐਗਜ਼ਾਮਪਲ ਦੇਖਦੇ ਹਾਂ। ਲੈਟਸ ਸੇ ਆਪਾਂ ਕੋਈ ਖਾਣਾ ਵਗੈਰਾ ਖਾ ਰਹੇ ਹਾਂ। ਹੁਣ ਸਡਨਲੀ ਕੋਈ ਸਾਡੇ ਕੋਲ ਆ ਜਾਂਦਾ ਹੈ ਤੇ ਅਸੀਂ ਉਹਨੂੰ ਵੀ ਪੁੱਛ ਲੈਣੇ ਵੀ ਤੁਸੀਂ ਵੀ ਖਾਓਗੇ ਖਾਣਾ, ਜਾਂ ਅਸੀਂ ਕੁਝ ਆਰਡਰ ਕਰਨਾ ਚਾਹੁੰਦੇ ਹਾਂ। ਲੈਟਸ ਸੇ ਪੀਜ਼ਾ ਜਾਂ 버ਗਰ ਕੁਝ ਆਰਡਰ ਕਰਨਾ ਚਾਹੁੰਦੇ ਹਾਂ। ਅਸੀਂ ਆਪਣੇ ਸਾਹਮਣੇ ਵਾਲੇ ਨੂੰ ਵੀ ਪੁੱਛ ਲੈਂਦੇ ਹਾਂ ਕਿ ਤੁਸੀਂ ਪੀਜ਼ਾ ਖਾਓਗੇ, ਕਿ ਤੁਸੀਂ 버ਗਰ ਖਾਓਗੇ? ਮੈਂ ਆਰਡਰ ਕਰਨ ਵਾਲਾ ਹਾਂ। ਸੋ ਉਸ ਕੇਸ ਵਿੱਚ ਆਪਾਂ ਕੀ ਪੁੱਛਾਂਗੇ? ਕੀ ਤੁਸੀਂ ਪੀਜ਼ਾ ਖਾਓਗੇ? ਵਿਲ ਯੂ ਈਟ ਪੀਜ਼ਾ? ਕੀ ਤੁਸੀਂ 버ਗਰ ਖਾਓਗੇ? ਵਿਲ ਯੂ ਈਟ 버ਗਰ? ਕੀ ਤੁਸੀਂ ਮੂਵੀ ਦੇਖੋਗੇ? ਵਿਲ ਯੂ ਵਾਚ ਮੂਵੀ? ਕੀ ਉਹ ਮੂਵੀ ਦੇਖੇਗਾ? ਵਿਲ ਹੀ ਵਾਚ ਮੂਵੀ? ਕੀ ਉਹ ਕੁਝ ਖਾਣਾ ਪਸੰਦ ਕਰੇਗਾ? ਵਿਲ ਹੀ ਲਾਈਕ ਟੂ ਈਟ ਸਮਥਿੰਗ? ਸੋ ਇਸ ਤਰੀਕੇ ਨਾਲ ਅਸੀਂ ਸਵਾਲ ਵੀ ਕਿਸੇ ਨੂੰ ਵੀ ਪੁੱਛ ਸਕਦੇ ਹਾਂ। ਕੁਝ ਹੋਰ ਐਗਜ਼ਾਮਪਲ ਦੇਖ ਲੈਂਦੇ ਹਾਂ। ਕੀ ਤੁਸੀਂ ਮੈਨੂੰ ਨੈਕਸਟ ਵੀਕ ਮਿਲੋਗੇ? ਵਿਲ ਯੂ ਮੀਟ ਮੀ ਨੈਕਸਟ ਵੀਕ? ਕੀ ਤੁਸੀਂ ਨੈਕਸਟ ਮੰਥ ਕੈਨੇਡਾ ਜਾਓਗੇ? ਵਿਲ ਯੂ ਗੋ ਟੂ ਕੈਨੇਡਾ ਨੈਕਸਟ ਮੰਥ? ਸੋ ਫਿਊਚਰ ਵਿੱਚ ਕਦੀ ਵੀ, ਫਿਊਚਰ ਵਿੱਚ ਕਿਸੇ ਵੀ ਟਾਈਮ ਆਪਾਂ ਕੋਈ ਵੀ ਸਵਾਲ ਪੁੱਛਣਾ ਹੋਵੇ, ਅਸੀਂ ਵਿਲ ਦਾ ਇਸਤੇਮਾਲ ਕਰਕੇ ਸਵਾਲ ਨੂੰ ਪੁੱਛ ਸਕਦੇ ਹਾਂ। ਸੋ ਆਈ ਹੋਪ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਤੁਹਾਨੂੰ ਵਿਲ ਦੇ ਬਾਰੇ ਕਾਫੀ ਕੁਝ ਡਾਊਟਸ ਕਲੀਅਰ ਹੋਏ ਹੋਣਗੇ। ਹੁਣ ਤੁਸੀਂ ਵਿਲ ਦੇ ਲੈ ਕੇ ਸਵਾਲ ਬਣਾ ਵੀ ਸਕਦੇ ਹੋ ਔਰ ਜਵਾਬ ਵੀ ਦੇ ਸਕਦੇ ਹੋ। ਜੇ ਵੀਡੀਓ ਅੱਛੀ ਲੱਗੀ ਹੋਏ ਇਹਨੂੰ ਲਾਈਕ ਜ਼ਰੂਰ ਕਰਿਓ। ਜੇ ਸਾਡੇ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਹੋ, ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਸੋ ਪਲੀਜ਼ ਸਾਡੇ ਪੇਜ ਨੂੰ ਵੀ ਫੋਲੋ ਜ਼ਰੂਰ ਕਰਿਓ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਥੈਂਕ ਯੂ ਸੋ ਮਚ।